ਸੋ ਅੱਜ ਦੇ ਸਾਡੇ ਵਚਨ ਕਲਾਮ ਹੈ ਜੋ ਸਾਡਾ ਅੱਜ ਦਾ ਉਸ ਕਲਾਮ ਨੂੰ ਇੱਕ ਸਿੱਖਿਆ ਰੂਪੀ ਕਲਾਮ ਦੇ ਨਾਲ ਅਸੀਂ ਦੇਖਾਂਗੇ। ਅੱਜ ਪ੍ਰਚਾਰ ਦੇ ਰੂਪ ਦੇ ਨਾਲ ਨਹੀਂ ਦੇਖਾਂਗੇ ਅਸੀਂ ਅੱਜ। ਸੋ ਅੱਜ ਜੋ ਸਾਡੇ ਕਲਾਮ ਦਾ ਜੋ ਵਿਸ਼ੇ ਦਾ ਜੋ ਨਾਮ ਹੈ ਉਹ ਆ ਅਬਾਊਟ ਗੋਡਸ, ਪਰਮੇਸ਼ਰ ਦੇ ਬਾਰੇ, ਰੱਬ ਦੇ ਬਾਰੇ। ਸੋ ਪਰਮੇਸ਼ਰ ਦੇ ਬਾਰੇ ਅਸੀਂ ਕੁਝ ਗੱਲਾਂ ਨੂੰ ਬਾਈਬਲ ਦੇ ਵਿੱਚੋਂ ਦੇਖਾਂਗੇ। ਅਸੀਂ ਬਹੁਤ ਸਾਰੀਆਂ ਸਿੱਖਿਆਵਾਂ ਪਾਲੀ ਦੀਆਂ ਆ, ਬਹੁਤ ਸਾਰੇ ਡਾਕਟਰਾਈਨਸ ਨੂੰ ਜਾਣ ਲਈਦਾ ਆ, ਬਾਈਬਲ ਦੇ ਅੰਦਰ ਬਹੁਤ ਸਾਰੇ ਭੇਤਾਂ ਨੂੰ ਅਸੀਂ ਜਾਣ ਲਈਦਾ ਆ, ਬਹੁਤ ਸਾਰੀਆਂ ਪ੍ਰਾਰਥਨਾਵਾਂ ਅਸੀਂ ਕਰ ਲਈਦੀਆਂ ਆ, 4-4 ਘੰਟੇ 5-5 ਘੰਟੇ ਪ੍ਰੇਅਰ ਅਸੀਂ ਕਰ ਲੈਂਦੇ ਆ, ਫਾਸਟਿੰਗ ਅਸੀਂ ਕਰ ਲੈਂਦੇ ਆ, ਬਾਈਬਲ ਅਸੀਂ ਪੜ੍ਹ ਲੈਂਦੇ ਆ, ਪਰ ਬੇਸਿਕ ਗੱਲਾਂ ਸਾਨੂੰ ਪਤਾ ਹੀ ਨਹੀਂ। ਪਰ ਬਹੁਤ ਸਾਰੇ ਲੋਕ ਜਦੋਂ ਸਾਡੇ ਨਾਲ ਗੱਲ ਕਰਦੇ ਆ, ਸਾਨੂੰ ਪਤਾ ਹੀ ਨਹੀਂ ਸਾਡਾ ਪਰਮੇਸ਼ਰ ਕੌਣ ਆ, ਔਰ ਉਹਨਾਂ ਦੀਆਂ ਗੱਲਾਂ ਦਾ ਜਵਾਬ ਸਾਡੇ ਕੋਲ ਕਈ ਵਾਰ ਨਹੀਂ ਹੁੰਦਾ। ਸੋ ਇਸੇ ਤਰੀਕੇ ਨਾਲ ਅਸੀਂ ਅੱਜ ਆਪਣੇ ਪਰਮੇਸ਼ਰ ਦੇ ਬਾਰੇ ਅਸੀਂ ਸਿੱਖਾਂਗੇ। ਕਾਇਤ ਪੜਾਂਗੇ ਨੀਤੀ ਵਚਨ ਉਹਦਾ 30 ਅਧਿਆਇ ਉਹਦਾ 4 ਹੈ। ਨੀਤੀ ਵਚਨ ਉਹਦਾ 30 ਅਧਿਆਇ ਉਹਦਾ 4 ਹੈ। ਅਸੀਂ ਪੜਾਂਗੇ ਨੀਤੀ ਵਚਨ ਉਹਦਾ 30 ਅਧਿਆਇ ਉਹਦਾ 4 ਹੈ। ਅਸੀਂ ਪੰਜਾਬੀ ਦੇ ਵਿੱਚ ਪੜਾਂਗੇ ਨੀਤੀ ਵਚਨ 30 ਦੀ 4। ਬਾਈਬਲ ਥੋੜੀ ਜਲਦੀ ਦੇ ਨਾਲ ਖੋਲਣੀ ਹੈ। ਪੜੋ। ਆਕਾਸ਼ ਉੱਤੇ ਕੌਣ ਚੜਿਆ? ਹਾਂ, ਆਕਾਸ਼ ਉੱਤੇ ਕੌਣ ਚੜਿਆ ਅਤੇ ਫੇਰ ਹੇਠਾਂ ਉਤਰਿਆ? ਫੇਰ ਹੇਠਾਂ ਉਤਰਿਆ। ਕਿੰਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿੰਨੇ ਪੌਣ ਨੂੰ ਆਪਣੀ ਮੁੱਠੀ ਵਿੱਚ, ਹਵਾ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ। ਹਾਂ। ਕਿੰਨੇ ਪਾਣੀਆਂ ਨੂੰ ਚਾਦਰ ਵਿੱਚ ਬੰਨਿਆ? ਕਿੰਨੇ ਪਾਣੀਆਂ ਨੂੰ ਚਾਦਰ ਦੇ ਵਿੱਚ ਬੰਨਿਆ। ਕਿੰਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਕਿੰਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ। ਉਹਦਾ ਕੀ ਨਾਮ ਹੈ? ਉਹਦਾ ਕੀ ਨਾਮ ਆ? ਅਤੇ ਉਹਦੇ ਪੁੱਤਰ ਦਾ ਕੀ ਨਾਮ ਹੈ? ਉਹਦੇ ਪੁੱਤਰ ਦਾ ਕੀ ਨਾਮ ਆ? ਕੀ ਤੂੰ ਜਾਣਦਾ ਹੈ? ਕੀ ਤੂੰ ਜਾਣਦਾ ਹੈ? ਇੱਕ ਸਵਾਲ ਮਨੁੱਖ ਤੋਂ ਪੁੱਛਿਆ ਗਿਆ ਕਿ ਤੂੰ ਰੱਬ ਦੇ ਬਾਰੇ ਜਾਣਦਾ ਹੈ? ਜਿਹਨੇ ਇਸ ਧਰਤੀ ਦੀਆਂ ਹੱਦਾਂ ਬੰਨੀਆਂ ਹੈ, ਜਿਹਨੇ ਸਮੁੰਦਰ ਦੀਆਂ ਹੱਦਾਂ ਬੰਨੀਆਂ ਹੈ, ਜਿਹਨੇ ਇਸ ਪੌਣ ਨੂੰ ਆਪਣੀ ਮੁੱਠੀ ਦੇ ਵਿੱਚ ਰੱਖਿਆ ਹੋਇਆ ਹੈ, ਕੀ ਤੂੰ ਉਹਨੂੰ ਜਾਣਦਾ ਹੈ? ਰੱਬ ਬਾਰੇ ਕੌਣ ਹੈ? ਸੋ ਅੱਜ ਅਸੀਂ ਪਰਮੇਸ਼ਰ ਦੇ ਬਾਰੇ ਜਾਣਾਂਗੇ ਬਾਈਬਲ ਦੇ ਵਿੱਚੋਂ ਕਿ ਰੱਬ ਕੌਣ ਹੈ, ਪਰਮੇਸ਼ਰ ਕੌਣ ਹੈ। ਬਹੁਤ ਸਾਰੇ ਇਸ ਦੁਨੀਆ ਦੇ ਉੱਤੇ ਅਲੱਗ-ਅਲੱਗ ਇਸ ਦੁਨੀਆ ਦੇ ਹਿੱਸੇ ਦੇ ਉੱਤੇ ਅਲੱਗ-ਅਲੱਗ ਧਰਮ ਨੇ ਔਰ ਅਲੱਗ-ਅਲੱਗ ਜਾਤੀਆਂ ਨੇ, ਔਰ ਸਾਰਿਆਂ ਦੀ ਆਸਥਾ ਜਿਹੜੀ ਕਿ ਰੱਬ ਦੇ ਉੱਤੇ ਆ। 90% ਤੋਂ 90% ਲੋਕਾਂ ਦੀ ਜਿਹੜੀ ਆਸਥਾ ਉਹ ਇੱਕ ਰੱਬ ਦੇ ਉੱਤੇ ਆ। 5 ਤੋਂ 10% ਲੋਕ ਜਿਹੜੇ ਨਾਸਤਿਕ ਨੇ। ਜ਼ਿਆਦਾਤਰ ਦੁਨੀਆ ਦਾ ਹਿੱਸਾ ਹੈ ਜਿਹੜਾ ਉਹ ਕੀ ਕਰਦਾ, ਰੱਬ ਦੇ ਉੱਤੇ ਆਸਥਾ ਵਾਲਾ ਆ, ਰੱਬ ਦੇ ਉੱਤੇ ਵਿਸ਼ਵਾਸ ਰੱਖਦਾ ਆ ਕਿ ਕੋਈ ਇੱਕ ਰੱਬ ਹੈ ਜਿਹਨੇ ਮਨੁੱਖ ਨੂੰ ਬਣਾਇਆ ਆ, ਜਿਹਨੇ ਇਸ ਪ੍ਰਿਥਵੀ ਨੂੰ ਬਣਾਇਆ। ਕੋਈ ਇੱਕ ਰੱਬ ਹੈ। ਜ਼ਿਆਦਾ ਦੁਨੀਆ ਦਾ ਹਿੱਸਾ ਵਿਸ਼ਵਾਸ ਇਹ ਕਰਦਾ ਹੈ, ਪਰ ਉਹ ਪਰਮੇਸ਼ਰ ਨੂੰ ਪੂਰੀ ਰੀਤੀ ਨਾਲ ਨਹੀਂ ਜਾਣਦੇ। ਆਪਣੇ ਆਪਣੇ ਧਰਮ ਦੇ ਵਿੱਚ, ਆਪਣੀ ਆਪਣੀ ਜਾਤੀ ਦੇ ਵਿੱਚ ਜੋ ਉਹਨਾਂ ਦੇ ਪੁਰਖਾਵਾਂ ਨੇ ਦੱਸਿਆ, ਜੋ ਉਹਨਾਂ ਨੂੰ ਪਤਾ ਲੱਗਾ, ਉਸ ਤਰੀਕੇ ਦੇ ਨਾਲ ਇਸ ਦੁਨੀਆ ਦੇ ਉੱਤੇ ਜਾਤੀ ਧਰਮ ਬਣ ਚੁੱਕੇ ਨੇ। ਬਹੁਤ ਸਾਰੇ ਧਰਮ ਇਦਾਂ ਦੇ ਵੀ ਆ ਜਿਹੜੇ ਇਸ ਦੁਨੀਆ ਤੋਂ ਖਤਮ ਹੋ ਚੁੱਕੇ ਨੇ। ਜੇ ਅਸੀਂ ਪੁਰਾਣੀਆਂ ਸੱਭਿਅਤਾਵਾਂ ਦੇਖੀਏ, ਮੈਸੋਪੋਟਾਮੀਆ ਦੀ ਸੱਭਿਅਤਾ ਦੇਖੀਏ, ਅਸੀਂ ਬੇਬੀਲੋਨ ਦੀ ਸੱਭਿਅਤਾ ਦੇਖੀਏ, ਅਸੀਂ ਪੁਰਾਣੀਆਂ ਸੱਭਿਅਤਾਵਾਂ ਜਿਹੜੀਆਂ ਦੇਖੀਏ, ਬਹੁਤ ਸਾਰੇ ਧਰਮ ਅੱਜ ਨਸ਼ਟ ਹੋ ਚੁੱਕੇ ਦੁਨੀਆ ਤੇ। ਪਰ ਉਹ ਧਰਮ ਦੀਆਂ ਕੁਝ ਜਿਹੜੀਆਂ ਧਾਰਮਿਕ ਗੱਲਾਂ ਸੀ ਉਹ ਥੋੜੀਆਂ ਬਾਹਰ ਨਿਕਲ ਕੇ ਇੱਕ ਦੂਸਰੇ ਧਰਮ ਦੇ ਰੂਪ ਦੇ ਵਿੱਚ ਅੱਜ ਇਸ ਧਰਤੀ ਦੇ ਉੱਤੇ ਅਸੀਂ ਦੇਖਦੇ ਹਾਂ। ਇੱਕ ਇਤਿਹਾਸ ਦੀਆਂ ਗੱਲਾਂ ਨੇ। ਪਰਮੇਸ਼ਰ ਇੱਕ ਭੇਦ ਆ। ਪਰਮੇਸ਼ਰ ਇੱਕ ਗਹਿਰਾ ਭੇਦ ਹੈ ਜਿਹਨੂੰ ਮਨੁੱਖ ਆਪਣੀ ਬੁੱਧੀ ਦੇ ਨਾਲ ਨਹੀਂ ਸਮਝ ਸਕਦਾ। ਇਸ ਗੱਲ ਨੂੰ ਅਸੀਂ ਜ਼ਰੂਰ ਯਾਦ ਰੱਖਣਾ। ਨਾ ਤਾਂ ਆਪਣੀ ਬੁੱਧੀ ਦੇ ਨਾਲ ਸਮਝ ਸਕਦਾ ਹੈ ਮਨੁੱਖ, ਨਾ ਤਾਂ ਉਹਨੂੰ ਆਪਣੇ ਗਿਆਨ ਦੇ ਨਾਲ, ਨਾ ਆਪਣੀ ਖੋਜ ਦੇ ਨਾਲ ਸਮਝ ਸਕਦਾ ਹੈ। ਸੋ ਫਿਰ ਅਸੀਂ ਕਿੱਦਾਂ ਪਰਮੇਸ਼ਰ ਨੂੰ ਸਮਝ ਸਕਦੇ ਹਾਂ? ਪਰਮੇਸ਼ਰ ਨੂੰ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚੋਂ ਸਮਝ ਸਕਦੇ ਹਾਂ। ਹੁਣ ਸਵਾਲ ਇਹ ਆ, ਪਵਿੱਤਰ ਸ਼ਾਸਤਰ ਬਾਈਬਲ ਹੀ ਕਿਉਂ? ਕਿਉਂਕਿ ਯਿਸੂ ਮਸੀਹ ਆਖਦੇ ਨੇ, ਮਾਰਗ, ਸੱਤਿਆ ਔਰ ਜੀਵਨ ਮੈਂ ਆ, ਮੇਰੇ ਨੂੰ ਛੱਡ ਕੇ ਕੋਈ ਦੂਸਰਾ ਪਰਮੇਸ਼ਰ ਹੈ ਹੀ ਨਹੀਂ। ਔਰ ਇਹਦੇ ਜਿਹੜੇ ਚਿੰਨ੍ਹ ਆ ਉਹ ਬਾਈਬਲ ਦੱਸਦੀ ਆ। ਬਾਈਬਲ ਦੇ ਦੁਆਰਾ ਅਸੀਂ ਆਪਣੇ ਜੀਵਨਾਂ ਦੇ ਵਿੱਚ ਦੇਖਦੇ ਆ। ਔਰ ਸਭ ਤੋਂ ਵੱਡੀ ਗੱਲ ਬਾਈਬਲ ਦੀ ਵਿਸ਼ੇਸ਼ਤਾ ਇਹ ਆ ਕਿ ਬਾਈਬਲ ਜੋ ਹੈ ਉਹ ਮਨੁੱਖ ਦੇ ਦੁਆਰਾ ਪਰਮੇਸ਼ਰ ਨੂੰ ਪ੍ਰਕਾਸ਼ਿਤ ਨਹੀਂ ਕਰਦੀ, ਬਲਕਿ ਪਰਮੇਸ਼ਰ ਸਵੈਂ ਆਪਣੇ ਬਾਰੇ ਉਸ ਬਾਈਬਲ ਦੇ ਵਿੱਚ ਮਨੁੱਖ ਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਆ। ਔਰ ਮਨੁੱਖ ਕੌਣ ਆ? ਬਾਈਬਲ ਦੇ ਵਿੱਚ ਪਰਮੇਸ਼ਰ ਪ੍ਰਗਟ ਕਰਦਾ। ਟੋਟਲ ਕਹੀਏ ਕਿ ਪਰਮੇਸ਼ਰ ਹੀ ਸਾਰਾ ਕੁਝ ਦੱਸ ਰਿਹਾ। ਇਹ ਬਾਈਬਲ ਇੱਕ ਲੋਤੀ ਕਿਤਾਬ ਇਦਾਂ ਦੀ ਆ। ਬਾਕੀ ਅਸੀਂ ਜਦੋਂ ਪੜ੍ਹਦੇ ਆ ਸ਼ਾਸਤਰ ਤਾਂ ਇੱਕ ਮਨੁੱਖ ਪਰਮੇਸ਼ਰ ਦੇ ਬਾਰੇ ਦੱਸਦਾ, ਥੋੜਾ ਜਿਹਾ ਡਿਫਰੈਂਟ ਇਹਨਾਂ ਨੂੰ ਸਮਝਣਾ ਆ। ਤੇ ਪਰ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਆ, ਪਰਮੇਸ਼ਰ ਸਾਰਿਆਂ ਦੇ ਬਾਰੇ ਦੱਸਦਾ। ਔਰ ਇੱਥੇ ਸੇਮ ਇਹੀ ਗੱਲ ਆ। ਪਰਮੇਸ਼ਰ ਮਨੁੱਖ ਨੂੰ ਸਵਾਲ ਪੁੱਛਦਾ ਕਿ ਤੂੰ ਦੱਸ ਸਕਦਾ? ਮਨੁੱਖ ਨਹੀਂ ਦੱਸ ਸਕਦਾ।
ਇਸੇ ਕਰਕੇ ਪਰਮੇਸ਼ਰ ਸ੍ਰਿਸ਼ਟੀ ਕਰਤਾ ਹੈ, ਉਹ ਦੱਸ ਸਕਦਾ ਕੀ ਹੋਇਆ ਸੀ ਕਿ ਨਹੀਂ ਹੋਇਆ ਸੀਗਾ, ਉਹ ਬਾਈਬਲ ਸਾਨੂੰ ਭਲੀ ਭਾਂਤੀ ਦੱਸਦੀ ਹੈ। ਸੋ ਇਸ ਕਰਕੇ ਮਨੁੱਖ ਦੇ ਜਿਹੜੇ ਮਨੁੱਖ ਤੋਂ ਕੁਝ ਪ੍ਰਸ਼ਨ ਨੇ, ਉਹ ਪ੍ਰਸ਼ਨ ਜਿਹੜਾ ਹੈ ਉਹ ਪੜਾਂਗੇ ਅਸੀਂ ਅਯੂਬ ਦੀ ਕਿਤਾਬ, ਉਹਦਾ 36 ਅਧਿਆਇ ਦਾ 26 ਆਇਤ। ਫਿਰ ਅਸੀਂ ਸਟੈਪ ਬਾਈ ਸਟੈਪ ਕ੍ਰਮ ਅਨੁਸਾਰ ਪਰਮੇਸ਼ਰ ਦੇ ਬਾਰੇ ਸਿੱਖਦੇ ਜਾਵਾਂਗੇ। ਹਾਂ, ਪੜਾਂਗੇ ਜਰਾ ਅਯੂਬ ਦੀ ਕਿਤਾਬ, ਉਹਦਾ 36 ਅਧਿਆਇ ਉਹਦਾ 26 ਆਇਤ। बुक ऑफ द जॉब चैप्टर 36 वर्स 26। देख, परमेश्वर महान और हमारे ज्ञान से कहीं परे है और उसके वर्ष की गिनती अनंत है। बाइबल आखदी है कि देख परमेश्वर महान है और हमारे ज्ञान से परे। अपने ज्ञान ਦੇ ਨਾਲ ਅਸੀਂ ਪਰਮੇਸ਼ਰ ਨੂੰ ਲੱਭ ਨਹੀਂ ਸਕਦੇ। 37 ਦੀ 23, ਹਾਂ 37 ਦੀ 23। सर्वशक्तिमान जो अति सामर्थी है और जिसका भेद हम पा नहीं सकते। ਬਾਈਬਲ ਕਹਿੰਦੀ ਪਰਮੇਸ਼ਰ ਸਰਵਸ਼ਕਤੀਮਾਨ ਅਤੇ ਸਾਮਰਥੀ ਹੈ, ਜਿਹਦਾ ਭੇਦ ਅਸੀਂ ਪਾ ਨਹੀਂ ਸਕਦੇ। ਮਨੁੱਖ ਆਪਣੀ ਬੁੱਧੀ ਤੇ ਗਿਆਨ ਦੇ ਨਾਲ ਪਰਮੇਸ਼ਰ ਦੀ ਖੋਜ ਨਹੀਂ ਕਰਦਾ। ਇਸੇ ਕਰਕੇ ਜਦੋਂ ਅਸੀਂ ਚਰਚ ਦੇ ਅੰਦਰ ਆਉਂਦੇ ਆ, ਕਲੀਸਿਆ ਦੇ ਅੰਦਰ ਆਉਂਦੇ ਆ, ਸਾਨੂੰ ਬਿਲਕੁਲ ਹੀ ਸ਼ੂਨਿਆ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਦੀ ਲੋੜ ਆ। ਬਾਈਬਲ ਦੱਸਦੀ ਆ ਕਿ ਅਸੀਂ ਪਰਮੇਸ਼ਰ ਨੂੰ ਨਹੀਂ ਬਲਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਸੀ। ਪਵਿੱਤਰ ਸ਼ਾਸਤਰ ਬਾਈਬਲ ਆਖਦੀ ਆ, ਯਸ਼ਾਇਆ ਨਬੀ ਦੀ ਪੁਸਤਕ ਆਖਦੀ ਆ, ਅਸੀਂ ਸਾਰਿਆਂ ਨੇ ਆਪਣਾ ਆਪਣਾ ਮਾਰਗ ਲੈ ਲਿਆ ਸੀ ਔਰ ਯਹੋਵਾ ਨੇ ਸਾਡੇ ਧਰਮ ਦਾ ਜਿਹੜਾ ਬੋਝ ਆ ਉਹ ਆਪਣੇ ਪੁੱਤਰ ਦੇ ਉੱਤੇ ਲੱਦ ਦਿੱਤਾ ਸੀਗਾ। ਸੋ ਪਰਮੇਸ਼ਰ ਨੇ ਸਾਨੂੰ ਚੁਣਿਆ ਆ। ਇਸ ਕਰਕੇ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ, ਵਰਸ਼ਿਪ ਕਰਨੀ ਹੈ। ਅਸੀਂ ਪਰਮੇਸ਼ਰ ਨੂੰ ਨਹੀਂ ਚੁਣ ਸਕਦੇ, ਮਨੁੱਖ ਪਰਮੇਸ਼ਰ ਨੂੰ ਨਹੀਂ ਚੁਣ ਸਕਦਾ। ਪਰ ਅੱਜ ਅਸੀਂ ਇਸ ਧਰਤੀ ਦੇ ਉੱਤੇ ਦੇਖਦੇ ਅਲੱਗ-ਅਲੱਗ ਧਰਮ, ਅਲੱਗ-ਅਲੱਗ ਜਾਤੀਆਂ, ਸਭ ਨੇ ਆਪਣਾ ਆਪਣਾ ਪਰਮੇਸ਼ਰ, ਆਪਣਾ ਆਪਣਾ ਈਸ਼ਵਰ ਬਣਾਇਆ ਹੋਇਆ ਹੈ। ਸੋ ਮਨੁੱਖਾਂ ਦੇ ਅੰਦਰ, ਮਨੁੱਖ ਦੇ ਦੁਆਰਾ ਜੋ ਪਰਮੇਸ਼ਰ ਨੂੰ ਕਹਿ ਕੇ ਪੁਕਾਰਿਆ ਜਾਂਦਾ, ਉਹਨਾਂ ਦੇ ਨਾਮ ਆ, ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ। ਪਰ ਉਹ ਪਰਮੇਸ਼ਰ ਦੇ ਨਾਮ ਨਹੀਂ ਆ ਕਿ ਪਰਮੇਸ਼ਰ ਨੇ ਕਦੀ ਕਿਹਾ ਕਿ ਮੇਰਾ ਇਹ ਨਾਮ ਆ। ਮਨੁੱਖ ਦੇ ਦੁਆਰਾ ਹੀ ਰੱਖੇ ਹੋਏ ਨਾਮ ਆ, ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਆ ਪਰਮੇਸ਼ਵਰ, ਦੂਸਰਾ ਨਾਮ ਆ ਥਿਓਸ, ਇਹ ਗ੍ਰੀਕ ਨਾਮ ਆ ਥਿਓਸ। ਤੀਸਰਾ ਨਾਮ ਆ ਗੋਡ, ਇੰਗਲਿਸ਼ ਦੇ ਵਿੱਚ ਗੋਡ। ਚੌਥਾ ਨਾਮ ਆ ਅੱਲਾ, ਹੈ ਨਾ, ਅੱਲਾ। ਪੰਜਵਾਂ ਨਾਮ ਹੈ ਈਸ਼ਵਰ, ਫਿਰ ਆ ਭਗਵਾਨ। ਇਹ ਸਾਰੇ ਨਾਮ ਮਨੁੱਖ ਦੇ ਦੁਆਰਾ ਰੱਖੇ ਗਏ ਨੇ, ਪਰ ਪਰਮੇਸ਼ਵਰ ਦੇ ਨਾਮ ਨਹੀਂ ਹੈ। ਇਹ ਮਨੁੱਖ ਦੇ ਦੁਆਰਾ ਰੱਖੇ ਗਏ ਆ ਆਪਣੀ ਬੁੱਧੀ ਦੇ ਨਾਲ। ਇੱਕ ਇੱਕ ਕਰਕੇ ਇਹਨਾਂ ਨਾਮਾਂ ਦੇ ਉੱਤੇ ਅਸੀਂ ਦੇਖਾਂਗੇ ਇਹਨਾਂ ਦਾ ਮਤਲਬ ਕੀ ਆ, ਇਹ ਕਿੱਥੋਂ ਆਏ ਨੇ। ਸਭ ਤੋਂ ਪਹਿਲਾ ਜਿਹੜਾ ਨਾਮ ਆ ਉਹ ਹੈਗਾ ਗੋਡ। ਗੋਡ ਜਿਹੜਾ ਸ਼ਬਦ ਆ ਉਹ ਅੰਗਰੇਜ਼ੀ ਸ਼ਬਦ ਦਾ, ਗੋਡ ਜਿਹੜਾ ਸ਼ਬਦ ਆ ਉਹ ਅੰਗਰੇਜ਼ੀ ਸ਼ਬਦ ਆ। ਇਹ ਗੋਡ ਸ਼ਬਦ ਜਿਹੜਾ ਕਿੱਥੋਂ ਨਿਕਲ ਕੇ ਆਇਆ, ਲੈਟਿਨ ਸ਼ਬਦ ਤੋਂ ਨਿਕਲ ਕੇ ਆਇਆ ਹੈ। ਥਿਓਸ ਸ਼ਬਦ ਤੋਂ ਨਿਕਲ ਕੇ ਗੋਡ ਆਇਆ ਹੈ। ਗੋਡ ਦੀ ਜਿਹੜੀ ਪੂਰੀ ਡੈਫੀਨੇਸ਼ਨ ਹੈ, ਪੂਰੀ ਪਰਿਭਾਸ਼ਾ ਆ, GOD, ਗੋਡ। ਜੀ ਦਾ ਜਿਹੜਾ ਮਤਲਬ ਆ ਜਨਰੇਟਰ ਜਾਂ ਜਨਰੇਟ, ਇਹਦਾ ਮਤਲਬ ਨਿਰਮਾਤਾ ਜਾਂ ਪੈਦਾ ਕਰਨ ਵਾਲਾ, ਚਲਾਉਣ ਵਾਲਾ, ਨਿਰਮਾਤਾ, ਪੈਦਾ ਕਰਨ ਵਾਲਾ। ਉਹ तो है ऑपरेटर। ऑपरेटर का मतलब है चलाउण वाला, चलाउण वाला। डी का मतलब है डिस्ट्रॉय, नाश करने वाला। आओ कैसी उत्पत्ति किताब पढ़ांगे। सब तो पहला से निर्माता के बारे पढ़ांगे, पैदा करने वाले। बुक ऑफ द जेनेसिस चैप्टर 1 वर्स 2। उत्पत्ति की किताब दा 1 अध्याय दा 2 आयत। पृथ्वी बेडौल और सुनसान पड़ी थी और गहरे जल के ऊपर अंधेरा था, तथा परमेश्वर का आत्मा जल के ऊपर मंडराता था। जब परमेश्वर ने कहा उजाला हो तो उजाला हो गया, और परमेश्वर ने उजाले को देखा कि अच्छा है, और परमेश्वर ने उजाले को अंधेरे से अलग किया। हां, ਅਸੀਂ ਤੇ ਦੇਖਦੇ ਆ ਪਰਮੇਸ਼ਰ ਇੱਕ ਨਿਰਮਾਤਾ ਆ, ਉਹ ਸ੍ਰਿਸ਼ਟੀ ਨੂੰ ਬਣਾ ਰਿਹਾ ਆ, ਉਹ ਪੈਦਾ ਕਰਨ ਵਾਲਾ ਆ। ਉਹਨੇ ਸ੍ਰਿਸ਼ਟੀ ਨੂੰ ਬਣਾਇਆ ਆ, ਉਹਨੇ ਮਨੁੱਖਾਂ ਨੂੰ ਬਣਾਇਆ ਆ, ਉਹਨੇ ਪੇੜ ਪੌਦਿਆਂ ਨੂੰ ਬਣਾਇਆ ਆ, ਉਹਨੇ ਜੰਤੂਆਂ ਨੂੰ ਬਣਾਇਆ। नंबर 2 ਅਸੀਂ ਦੇਖਾਂਗੇ ऑपरेटर। ऑपरेटर ਦੇ ਕੰਮ ਉਹਦਾ 17 ਦੇ ਉਹਦਾ 24 ਤੋਂ ਲੈ ਕੇ 28 ਤੱਕ। ऑपरेटर ਦੇ ਕੰਮ ਉਹਦਾ 17 ਦੇ ਉਹਦਾ 24 ਤੋਂ ਲੈ ਕੇ 28 ਤੱਕ। ਥੋੜਾ ਜਲਦੀ ਅਸੀਂ ਸ਼ਾਰਪ ਮਾਈਂਡ ਦੇ ਨਾਲ ਬਾਈਬਲ ਨੂੰ ਖੋਲਣਾ ਹੈ। बुक ऑफ द एक्ट्स। हाँ जी। जिस परमेश्वर ने पृथ्वी और इसकी सब वस्तुओं को बनाया, वह स्वर्ग और पृथ्वी का स्वामी होकर हाथ के बनाए
में नहीं रहता, ना किसी वस्तु की आवश्यकता के कारण मनुष्यों की हाथों की सेवा लेता है, क्योंकि वह स्वयं ही सबको जीवन और श्वास और सब कुछ देता है। उसके उसके एक ही मूल से मनुष्यों की सब जातियां सारी पृथ्वी पर रहने के लिए बनाई है, और उनके ठहराए हुए समय और निवास की सीमाओं को इसीलिए बांधा है कि वे परमेश्वर को ढूंढे, कदाचित उसे टटोल कर पाए तो भी वह हम में से किसी से दूर नहीं, क्योंकि हम उसी में जीवित रहते और चलते फिरते और स्थिर रहते हैं, जैसा तुम्हारे कितने कवियों ने भी कहा है, हम तो उसी के वंशज हैं। बाइबल इतने जानती है, बाइबल एक गल दसदी, क्योंकि वह स्वयं ही सबको जीवन और श्वास और सब कुछ देता है। यानी कि चलाउण वाला परमेश्वर है, ਉਹੀ ਸਾਨੂੰ ਸਾਹ ਦਿੰਦਾ ਆ, ਉਹੀ ਸਾਨੂੰ ਜੀਵਨ ਦਿੰਦਾ ਆ, ਉਹੀ ਸਾਨੂੰ ਸਭ ਕੁਝ ਦਿੰਦਾ। ਮਤਲਬ ਸਾਡੀ ਰੋਟੀ, ਸਾਡਾ ਪਰਿਵਾਰ ਦਾ, ਸਾਡੀਆਂ ਲੋੜਾਂ, ਸਾਨੂੰ ਸਭ ਕੁਝ ਕੌਣ ਦਿੰਦਾ ਆ? ਪਰਮੇਸ਼ਰ ਦਿੰਦਾ ਆ। ਇਹ ਮੈਂ ਗੱਲਾਂ ਅੱਜ ਤੁਹਾਨੂੰ ਕਿਉਂ ਦੱਸ ਰਿਹਾ, ਪਰਮੇਸ਼ਰ ਦੇ ਬਾਰੇ ਕਿਉਂ ਦੱਸ ਰਿਹਾ? ਜਦੋਂ ਇਸ ਧਰਤੀ ਦੇ ਉੱਤੇ ਅਲੱਗ-ਅਲੱਗ ਲੈਂਗੁਏਜ ਆ, ਅਲੱਗ-ਅਲੱਗ ਭਾਸ਼ਾ ਆ, ਜਦੋਂ ਕਈ ਵਾਰ ਸਾਨੂੰ ਦੂਸਰੇ ਲੋਕ ਸਿੱਖਦੇ, ਉਹ ਬੜੀ ਇੱਕ ਏਦਾਂ ਦੀ ਲੈਂਗੁਏਜ ਸਾਡੇ ਨਾਲ ਪ੍ਰਯੋਗ ਕਰਦੇ ਜਿਹਨੂੰ ਅਸੀਂ ਕਹਿੰਦੇ ਗੁਰਮੁਖੀ ਜਾਂ ਸੰਸਕ੍ਰਿਤ ਸਾਨੂੰ ਆਉਂਦੀ ਨਹੀਂ, ਉਹਦੇ ਵਿੱਚ ਕੁਝ ਏਦਾਂ ਦੇ ਸ਼ਬਦ ਆ, ਅਕਾਲ, ਤੁਹਾਨੂੰ ਲੱਗਣਾ ਇਹ ਪਤਾ ਨਹੀਂ ਕੀ ਸ਼ਬਦ ਹੈ, ਉਹ ਸਾਰੀ ਵਿਆਖਿਆ ਅੱਜ ਅਸੀਂ ਬਾਈਬਲ ਦੇ ਵਿੱਚੋਂ ਦੇਖਾਂਗੇ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਸਮਝਣਾ ਹੈ ਤਾਂ ਕਿ ਤੁਸੀਂ ਪ੍ਰਭੂ ਦੇ ਪਰਮੇਸ਼ਰ ਦੇ ਬਾਰੇ ਵਿਸਤਾਰ ਦੇ ਨਾਲ ਲੋਕਾਂ ਨੂੰ ਸੁਸਮਾਚਾਰ ਬਤਾ ਪਾਓ, ਕਿਉਂਕਿ ਖੁਦਾ ਦਾ ਰਾਜ ਬਹੁਤ ਨੇੜੇ ਆ, ਪ੍ਰਭੂ ਬਹੁਤ ਜਲਦੀ ਆਉਣ ਵਾਲੇ ਆ। ਨੰਬਰ 3 ਅਸੀਂ ਦੇਖਾਂਗੇ ਡਿਸਟਰੋਏ, ਨਾਸ਼ ਕਰਨ ਵਾਲਾ, ਬੁੱਕ ਆਫ ਦਾ ਜੈਨੇਸਿਸ 6 ਅਧਿਆਇ ਉਹਦਾ 7 ਆਇਤ। उत्पत्ति की किताब ਉਹਦਾ 6 अध्याय ਉਹਦਾ 7 आयत। तब यहोवा ने कहा, मैं मनुष्य को जिसकी मैंने सृष्टि की है पृथ्वी के ऊपर से मिटा दूंगा। हाँ, मिटा दूंगा। परमेश्वर नाश करने वाला भी है, वो अधिकारी भी है। सो नंबर दो एक शब्द परमेश्वर के लिए हो रहा, वो है एलोहिम। एलोहिम ये इब्रानी शब्द है, यहूदी ਜਿਹੜੇ ਆਪਣੇ ਪਰਮੇਸ਼ਰ ਦੇ ਲਈ ਪ੍ਰਯੋਗ ਕਰਦੇ ਸੀਗੇ। ਯਹੂਦੀ ਪੁਰਾਣੀ ਬਾਈਬਲ ਦੀ ਜਿਹੜੀ ਕਿਤਾਬ ਹੈ, 올ਡ ਟੈਸਟਮੈਂਟ ਜਿਹਨੂੰ ਅਸੀਂ ਕਹਿੰਦੇ ਆ, ਪੁਰਾਣਾ ਨਿਯਮ, ਇਹ ਸਾਰਾ ਇਬਰਾਨੀ ਦੇ ਵਿੱਚ ਲਿਖਿਆ ਗਿਆ। ਔਰ ਇਬਰਾਨੀ ਦੇ ਵਿੱਚ ਕਦੀ ਤੁਹਾਨੂੰ ਗੋਡ ਸ਼ਬਦ ਨਹੀਂ ਮਿਲੇਗਾ, ਪਰਮੇਸ਼ਰ ਸ਼ਬਦ ਨਹੀਂ ਮਿਲੇਗਾ ਰੱਬ ਦਾ। ਇਹ ਸ਼ਬਦ ਬਾਈਬਲ ਦੇ ਵਿੱਚ ਜੋ ਰੱਬ ਲਈ ਸ਼ਬਦ ਪ੍ਰਯੋਗ ਕੀਤਾ ਗਿਆ ਆ, ਉਹ ਹੈ ਐਲੋਹਿਮ। ਐਲੋਹਿਮ ਜਿਹੜਾ ਸ਼ਬਦ ਆ, ਉਹ ਬਹੁਵਚਨ ਆ, ਇੱਕ ਤੋਂ ਜ਼ਿਆਦਾ ਦੇ ਲਈ। ਇਹਦਾ ਜਿਹੜਾ ਮਤਲਬ ਆ, ਇਹਦਾ ਮਤਲਬ ਹੈ ਨਿਆਇਧੀਸ਼ ਜਾਂ ਸਰਵ ਸ਼ਕਤੀਮਾਨ। ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਨੂੰ ਸਮਝਣਾ ਤਾਂ ਕਿ ਪਰਮੇਸ਼ਰ ਦੀ ਤੁਹਾਨੂੰ ਸਮਝ ਲੱਗੇ। ਨਿਆਇਧੀਸ਼ ਜਾਂ ਸਰਵ ਸ਼ਕਤੀਮਾਨ। ਨਿਆਇਧੀਸ਼ ਅਸੀਂ ਹੁਣੇ ਦੇਖਿਆ, ਨਿਆਏ ਕਰਨ ਦਾ ਅਧਿਕਾਰ ਰੱਖਣ ਵਾਲਾ। ਜੱਜ ਸਾਨੂੰ ਡੰਡੇ ਤੇ ਵੀ ਕਰ ਸਕਦਾ, ਇਸ ਕਰਕੇ ਪਰਮੇਸ਼ਰ ਨਾਸ਼ ਕਰਨ ਵਾਲਾ ਵੀ ਹੈ। ਇੱਕ ਵਿਅਕਤੀ ਅਮਰੀਕਾ ਤੋਂ ਮੈਨੂੰ ਪਿਛਲੇ ਦਿਨਾਂ ਤੋਂ ਪੁੱਛ ਰਿਹਾ ਕਿ ਤੁਹਾਡਾ ਪਰਮੇਸ਼ਰ ਹੱਤਿਆਰਾ ਹੈ, ਉਹ ਲੋਕਾਂ ਨੂੰ ਮਾਰ ਦਿੰਦਾ ਆ। ਮੈਂ ਉਹਨੂੰ ਆਖਿਆ, ਉਹ ਆਖਦਾ ਮੈਨੂੰ ਮੈਂ US ਮਿਲਟਰੀ ਦੇ ਵਿੱਚੋਂ ਰਿਟਾਇਰ ਕਰਨ ਵਾਲਿਆ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਤੂੰ ਮੈਨੂੰ ਇੱਕ ਗੱਲ ਦੱਸ, ਜਦੋਂ ਇੱਕ ਜੱਜ ਕਿਸੇ ਨੂੰ ਫਾਂਸੀ ਦਿੰਦਾ, ਕਿ ਉਹ ਜੱਜ ਹੱਤਿਆਰਾ ਮੰਨਿਆ ਜਾਂਦਾ ਹੈ? ਉਹ ਕਿਉਂ ਫਾਂਸੀ ਦਿੰਦਾ ਆ? ਕਿਉਂਕਿ ਸਾਹਮਣੇ ਵਾਲਾ ਦੋਸ਼ੀ ਆ, ਉਹਦੇ ਕੋਲ ਅਧਿਕਾਰ ਆ, ਉਹ ਜੱਜ ਆ। ਸੇਮ ਹੀ ਪਰਮੇਸ਼ਰ ਆ, ਪਰਮੇਸ਼ਰ ਕੋਲ ਅਧਿਕਾਰ ਆ, तो ਜੱਜ ਆ। ਇੱਕ ਦੋਸ਼ੀ ਨੂੰ ਦੰਡ ਦੇਣ ਦਾ ਅਧਿਕਾਰ ਪਰਮੇਸ਼ਰ ਦੇ ਕੋਲ ਆ। ਔਰ ਪਰਮੇਸ਼ਰ ਦੀ ਨਜ਼ਰ 'ਚ ਦੋਸ਼ੀ ਉਹ ਵਿਅਕਤੀ ਆ ਜਿਹੜਾ ਪਾਪੀ ਆ। ਸੋ ਪਰਮੇਸ਼ਰ ਦੇ ਲਈ ਜਿਹੜਾ ਐਲੋਹਿਮ ਸ਼ਬਦ ਆ, ਜਿਹੜਾ ਅਰਥ ਆ ਨਿਆਇਧੀਸ਼ ਤੇ ਸਰਵ ਸ਼ਕਤੀਮਾਨ। ਸਰਵ ਸ਼ਕਤੀਮਾਨ ਦਾ ਮਤਲਬ ਸਭ ਕੁਝ ਕਰਨ ਵਾਲਾ, ਇਹ ਐਲੋਹਿਮ ਦਾ ਅਰਥ ਆ। ਉਸ ਦੇ ਬਾਅਦ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਲਈ ਜੋ ਸ਼ਬਦ ਮਨੁੱਖ ਪ੍ਰਯੋਗ ਕਰਦਾ, ਉਹਦੇ ਵਿੱਚ ਇੱਕ ਸ਼ਬਦ ਆ ਭਗਵਾਨ, ਹੈ ਨਾ। ਇਹ ਜ਼ਿਆਦਾਤਰ ਹਿੰਦੁਸਤਾਨ ਦੇ ਵਿੱਚ ਪ੍ਰਯੋਗ ਹੁੰਦਾ ਹੈ, ਭਗਵਾਨ। ਇਹ ਭਗਵਾਨ ਸ਼ਬਦ ਦਾ ਜਿਹੜਾ ਅਰਥ ਆ, ਉਹ ਆ ਗੁਣਨਵਾਦ ਜਾਂ ਗੁਣਵਾਨ। ਗੁਣਵਾਨ ਮਤਲਬ ਜਿਹੜਾ ਗੁਣਾ ਦੇ ਨਾਲ ਭਰਪੂਰ ਆ, ਜਿਹਦੇ 'ਚ ਇੱਕ ਵੀ ਕਮੀ ਨਹੀਂ ਆ। ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਭੰਜ ਸ਼ਬਦ ਆ, ਉਸ ਧਾਤੂ ਦੇ ਨਾਲ ਇਹ ਬਣਿਆ ਹੋਇਆ। ਜੇ ਤੁਸੀਂ ਇਹਦੀ ਸਰਚ ਕਰੋਗੇ ਜਾਂ ਇਹਦੇ ਬਾਰੇ ਪੜੋਗੇ, ਜਾਂ ਤੁਹਾਨੂੰ ਜੇ ਸੰਸਕ੍ਰਿਤ ਆਉਂਦੀ ਆ, ਇਹਦਾ ਜਿਹੜਾ ਅਰਥ ਆ, ਇਹਦਾ ਅਰਥ ਆ ਕਿ ਸੇਵਾ ਦੇ ਵਿੱਚ ਲੱਗੇ ਰਹਿਣ ਵਾਲਾ ਤੇ ਲੋਕਾਂ ਦਾ ਕਲਿਆਣ ਕਰਨ ਵਾਲਾ। ਔਰ ਪਰਮੇਸ਼ਰ ਹਮੇਸ਼ਾ ਲੋਕਾਂ ਦਾ ਕਲਿਆਣ ਕਰਦਾ ਆ। ਬਾਈਬਲ ਆਖਦੀ ਆ ਕਿ ਉਹਦੀਆਂ ਜੋ ਯੋਜਨਾਵਾਂ ਤੁਹਾਡੇ ਵਿਸ਼ੇ ਦੇ ਵਿੱਚ, ਉਹ ਕੁਸ਼ਲ ਦੀਆਂ ਨੇ, ਨਾ ਕਿ ਹਾਨੀ ਦੀਆਂ। ਸੋ ਭਗਵਾਨ ਸ਼ਬਦ ਦਾ ਜੋ ਅਰਥ ਆ, ਉਹ ਇਹੀ ਆ। ਇਹਦਾ ਜਿਹੜਾ ਇੱਕ ਦੂਸਰਾ ਅਰਥ ਆ, ਜਿਹੜਾ ਇਹਦਾ ਸ਼ਬਦ ਆ, ਉਹਦਾ ਅਰਥ ਹੈ ਜਿਹੜਾ ਐਸ਼ਵਰਿਆ। ਐਸ਼ਵਰਿਆ ਦਾ ਮਤਲਬ ਬਹੁਤ ਹੀ ਸੁੰਦਰ,
ਸ਼ੋਭਿਆਮਾਨ, ਵੀਰਿਆ, ਸਮ੍ਰਿੱਧੀ ਅਤੇ ਯਸ਼ ਤੇ ਗਿਆਨ। ਇਹ ਭਗਵਾਨ ਸ਼ਬਦ ਦਾ ਜਿਹੜੀ ਵਿਆਖਿਆ ਡੈਫੀਨੇਸ਼ਨ ਅਰਥ ਹੈ ਜਿਹੜਾ ਮਨੁੱਖਾਂ ਨੇ ਪਰਮੇਸ਼ਵਰ ਨੂੰ ਦਿੱਤਾ ਹੈ। ਉਸ ਦੇ ਬਾਅਦ ਈਸ਼ਵਰ, ਰੱਬ ਦੇ ਲਈ ਜੋ ਅਸੀਂ ਸ਼ਬਦ ਪ੍ਰਯੋਗ ਕਰਦੇ ਹਾਂ ਈਸ਼ਵਰ। ਇਹ ਈਸ਼ਵਰ ਜਿਹੜਾ ਸ਼ਬਦ ਆ ਇਹ ਇੱਕ ਅਲੌਕਿਕ ਸ਼ਬਦ ਆ, ਇੱਕ ਅਲੌਕਿਕ ਚੀਜ਼ ਦੇ ਲਈ। ਅਲੌਕਿਕ ਮਤਲਬ ਸੁਪਰਨੈਚੁਰਲ ਜਿਹਨੂੰ ਕਹਿ ਦਿੰਦੇ ਆ, ਜਿਹੜਾ ਸਭ ਕੁਝ ਕਰ ਸਕਦਾ ਹੈ, ਉਹਦੇ ਲਈ ਵਰਤਿਆ ਜਾਂਦਾ ਇੱਕ ਸੰਸਕ੍ਰਿਤ ਸ਼ਬਦ। ਔਰ ਪਰਮੇਸ਼ਵਰ ਸਰਵ ਸ਼ਕਤੀਮਾਨ ਹੈ। ਇਹ ਅਲੱਗ-ਅਲੱਗ ਚੀਜ਼ਾਂ ਦੀ ਤੁਹਾਨੂੰ ਮੈਂ ਦੱਸ ਰਿਹਾ ਅੱਜ ਪਰਮੇਸ਼ਵਰ ਦੇ ਬਾਰੇ, ਰੱਬ ਦੇ ਬਾਰੇ ਕੁਝ ਚਾਨਣ ਤੁਹਾਡੇ ਉੱਤੇ ਪਏਗਾ। ਇਹਨਾਂ ਨੂੰ ਸਮਝਣਾ ਤੁਸੀਂ। ਈਸ਼ਵਰ ਦਾ ਅਰਥ ਹੈ ਕਿ ਉਹ ਅਲੌਕਿਕ ਸ਼ਕਤੀ ਜਿਹਦੀ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ, ਮਨੁੱਖ ਸੋਚ ਵੀ ਨਹੀਂ ਸਕਦਾ, ਸਾਡੀ ਸੋਚ ਤੋਂ ਬਾਹਰ ਉਹ ਈਸ਼ਵਰ। ਉਸ ਦੇ ਬਾਅਦ ਆ ਅੱਲਾਹ। ਅੱਲਾਹ, ਇਹ ਅੱਲਾਹ ਜਿਹੜਾ ਸ਼ਬਦ ਆ ਇਹ ਅਰੈਬਿਕ ਸ਼ਬਦ ਆ। ਇਹ ਅਰੈਬਿਕ ਸ਼ਬਦ ਆ। ਅੱਲਾਹ ਜਿਹੜਾ ਸ਼ਬਦ ਆ ਅਰਬੀ ਅਰੈਬਿਕ ਮਤਲਬ ਅਰਬੀ। ਸਾਊਦੀ ਅਰੇਬੀਆ ਨਾ ਜਿੱਥੇ ਮੱਕਾ ਮਦੀਨਾ, ਅਰਬੀ ਉੱਥੇ ਬੋਲੀ ਜਾਂਦੀ ਹੈ। ਇਹ ਅਰਬੀ ਸ਼ਬਦ ਆ। ਇਹ ਅੱਲਾਹ ਸ਼ਬਦ ਕਿੱਥੋਂ ਆਇਆ ਆ? ਇਹ ਅੱਲਾਹ ਸ਼ਬਦ ਇਲੋਹਿਮ ਸ਼ਬਦ ਤੋਂ ਨਿਕਲਿਆ ਹੋਇਆ, ਜਿਹੜਾ ਪਹਿਲਾਂ ਤੁਹਾਨੂੰ ਮੈਂ ਦੱਸਿਆ ਇਲੋਹਿਮ ਹਿਬਰੂ ਸ਼ਬਦ। ਇਲੋਹੀ ਸ਼ਬਦ ਤੋਂ ਨਿਕਲ ਕੇ ਅੱਲਾਹ ਸ਼ਬਦ ਬਣਿਆ ਹੋਇਆ ਹੈ। ਪੁਰਾਣਾ ਨਿਯਮ ਦੇ ਅੰਦਰ ਪਰਮੇਸ਼ਵਰ ਲਈ ਜਿਹੜਾ ਸ਼ਬਦ ਪ੍ਰਯੋਗ ਕੀਤਾ ਜਾਂਦਾ ਸੀ ਉਹ ਸੀ ਐਲੋਹਿਮ। ਐਲੋਹਿਮ ਤੋਂ ਨਿਕਲ ਕੇ ਅੱਲਾਹ ਸ਼ਬਦ ਬਣਿਆ। ਸੋ ਇਹ ਸੀ ਮਨੁੱਖ ਦੇ ਦੁਆਰਾ ਪਰਮੇਸ਼ਵਰ ਨੂੰ ਦਿੱਤੇ ਗਏ ਟਾਈਟਲ ਨਾਮ। ਸਮਝੇ ਮੇਰੀ ਗੱਲ? ਮਨੁੱਖ ਦੇ ਦੁਆਰਾ ਪਰਮੇਸ਼ਵਰ ਨੂੰ ਦਿੱਤੇ ਗਏ ਟਾਈਟਲ ਨਾਮ। ਪਰਮੇਸ਼ਵਰ, ਅੱਲਾਹ, ਈਸ਼ਵਰ, ਭਗਵਾਨ, ਗੋਡ, ਥਿਓਸ, ਅਲੱਗ-ਅਲੱਗ ਧਰਮਾਂ ਦੇ ਅੰਦਰ, ਅਲੱਗ-ਅਲੱਗ ਜਾਤੀ ਦੇ ਅੰਦਰ ਇਹ ਨਾਮ ਜਿਹੜੇ ਦਿੱਤੇ ਗਏ ਆ ਮਨੁੱਖਾਂ ਦੇ ਦੁਆਰਾ ਪਰਮੇਸ਼ਵਰ ਨੂੰ ਦਿੱਤੇ ਗਏ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰਮੇਸ਼ਵਰ ਦੇ ਨਾਮ ਨਹੀਂ ਆ, ਇਹ ਮਨੁੱਖਾਂ ਦੇ ਦੁਆਰਾ ਟਾਈਟਲ ਦਿੱਤੇ ਗਏ ਆ। ਸੋ ਅੱਗੇ ਅਸੀਂ ਕੁਝ ਗੱਲਾਂ ਦੇਖਾਂਗੇ ਪਰਮੇਸ਼ਵਰ ਦੇ ਬਾਰੇ, ਹੋਰ ਵੀ ਬੜੇ ਵਿਸਤਾਰ ਦੇ ਨਾਲ ਸਟੈਪ ਬਾਈ ਸਟੈਪ ਸਿੱਖਦੇ ਜਾਵਾਂਗੇ। ਮਨੁੱਖ ਦੇ ਅੰਦਰ ਬਹੁਤ ਸਾਰੇ ਸਵਾਲ ਨੇ। ਅੱਜ ਇਸ ਧਰਤੀ ਦੇ ਉੱਤੇ ਮਨੁੱਖਾਂ ਦੇ ਅੰਦਰ ਬਹੁਤ ਸਾਰੇ ਪਰਮੇਸ਼ਵਰ ਨੂੰ ਲੈ ਕੇ ਸਵਾਲ ਨੇ। ਬਹੁਤ ਸਾਰੇ ਵਾਦ ਵਿਵਾਦ ਅੱਜ ਮਨੁੱਖਾਂ ਦੇ ਅੰਦਰ ਹੁੰਦੇ ਨੇ, ਇੱਕ ਦੂਜੇ ਦੇ ਧਰਮਾਂ ਦੇ ਪ੍ਰਤੀ ਹੁੰਦੇ ਨੇ। ਉਹ ਕਹਿੰਦੇ ਜੀ ਏਦਾਂ, ਉਹ ਕਹਿੰਦੇ ਏਦਾਂ। ਸੋ ਬਹੁਤ ਸਾਰੇ ਵਾਦ ਵਿਵਾਦ ਆ ਮਨੁੱਖਾਂ ਦੇ ਅੰਦਰ, ਬਹੁਤ ਸਾਰੇ ਸਵਾਲ ਆ। ਜਦੋਂ ਕੋਈ ਸਾਹਮਣੇ ਗਿਆਨੀ ਬੰਦਾ ਟੱਕਰਦਾ ਫਿਰ ਉਹ ਮਨੁੱਖ ਉਹਦੇ ਕੋਲ ਸਵਾਲ ਪੁੱਛਦਾ ਰੱਬ ਦੇ ਬਾਰੇ। ਸੋ ਇਦਾਂ ਦੇ ਕੁਝ ਸਵਾਲ ਅੱਜ ਤੁਹਾਡੇ ਸਾਹਮਣੇ ਵੀ ਮੈਂ ਬਾਈਬਲ ਦੇ ਵਿੱਚੋਂ ਖੋਲਣਾ ਚਾਹਾਂਗਾ। ਸਭ ਤੋਂ ਪਹਿਲਾਂ ਮਨੁੱਖ ਦੇ ਅੰਦਰ ਇੱਕ ਸਵਾਲ ਆਂਦਾ ਆ, ਪਰਮੇਸ਼ਵਰ ਕੌਣ ਆ? ਹੂ ਇਜ਼ ਦਾ ਗੋਡ? ਆਂਦਾ ਪਰਮੇਸ਼ਵਰ ਕੌਣ ਆ? ਸਵਾਲ ਮਨੁੱਖ ਦੇ ਅੰਦਰ ਨਾ। ਇਹ ਜਿਹੜੀ ਜਿਗਿਆਸਾ ਆ, ਇਹ ਸਾਰੀ ਜਿਗਿਆਸਾ ਆ, ਇਹ ਜਿਹੜੀ ਆ ਬਾਈਬਲ ਨੂੰ ਪੜ੍ਹ ਕੇ ਸ਼ਾਂਤ ਹੋ ਜਾਂਦੇ ਆ। ਤਾਈਓ ਅਸੀਂ ਪਰਮੇਸ਼ਵਰ ਦੇ ਉੱਤੇ ਫਿਰ ਵਿਸ਼ਵਾਸ ਕਰਦੇ ਆ, ਕਿਉਂਕਿ ਬਾਈਬਲ ਕਹਿੰਦੀ ਆ ਜਿਹੜਾ ਪਿਆਸਾ ਆ ਉਹ ਮੇਰੇ ਕੋਲ ਆਵੇ। ਸੋ ਇਹ ਇੱਕ ਪਿਆਸ ਆ। ਸੋ ਇਹ ਇੱਕ ਪਿਆਸ ਆ ਮਨੁੱਖ ਦੇ ਅੰਦਰ, ਪਰਮੇਸ਼ਵਰ ਦੇ ਲਈ ਜਿਗਿਆਸਾ ਆ। ਸੋ ਮਨੁੱਖ ਦੇ ਅੰਦਰ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਉਹ ਪ੍ਰਸ਼ਨ ਕੀ ਆ ਕਿ ਪਰਮੇਸ਼ਵਰ ਕੌਣ ਹੈ? ਆਓ ਪੜਾਂਗੇ ਅਸੀਂ यूहन्ना रचित सुसमाचार ਦਾ 1 ਅਧਿਆਇ ਦਾ 1 ਆਇਤ। हु इज द गॉड? परमेश्वर कौन है? यूहन्ना रचित सुसमाचार ਦਾ 1 ਅਧਿਆਇ ਦਾ 1 ਆਇਤ। आदि में वचन था और वचन परमेश्वर के साथ था और वचन परमेश्वर था। हाँ, बाइबल कहती है परमेश्वर कौन है? रब कौन है? गॉड कौन है? शब्द, वर्ड, शब्द। ਅਸੀਂ ਜਦੋਂ ਸਿੱਖ ਧਰਮ ਦਾ ਇਤਿਹਾਸ ਦੇਖੀਏ ਜਾਂ ਉਹਨਾਂ ਦੇ ਧਰਮ ਆਗੂਆਂ ਨਾਲ ਅਸੀਂ ਗੱਲ ਕਰੀਏ, ਜਦੋਂ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਰੱਬ ਕੌਣ ਹੈ, ਉਹ ਆਖਦੇ ਆ ਰੱਬ ਨੂੰ ਕਿਸੇ ਨੇ ਵੇਖਿਆ ਨਹੀਂ, ਰੱਬ ਨੂੰ ਕੋਈ ਨਹੀਂ ਦੇਖਿਆ, ਉਹ ਸ਼ਬਦ ਆ। ਉਹ ਕਹਿੰਦੇ ਸ਼ਬਦੋ ਸ਼ਬਦੀ ਪਿਆ ਪ੍ਰਕਾਸ਼, ਸ਼ਬਦ ਦੇ ਨਾਲ ਧਰਤੀ ਬਣੀ ਆ। ਬਾਈਬਲ ਕੀ ਆਖਦੀ ਆ? ਆਦਿ ਵਿੱਚ ਵਚਨ ਤਾਂ, ਪੰਜਾਬੀ ਚ ਪੜੋ ਜਰਾ। ਆਦਿ ਵਿੱਚ ਸ਼ਬਦ ਸੀ, ਆਦਿ ਚ ਸ਼ਬਦ ਸੀ, ਅਤੇ ਸ਼ਬਦ ਪਰਮੇਸ਼ਰ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ, ਅਤੇ ਸ਼ਬਦ ਹੀ ਪਰਮੇਸ਼ਰ ਸੀ, ਅਤੇ ਸ਼ਬਦ ਹੀ ਪਰਮੇਸ਼ਰ ਸੀ। ਪਰਮੇਸ਼ਰ ਸੀ। ਔਰ ਜਦੋਂ ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ ਬਾਈਬਲ ਕਹਿੰਦੀ ਹੈ 14 ਨੂੰ ਪੜੋ ਜਰਾ ਪੰਜਾਬੀ ਚ। ਅਤੇ ਸ਼ਬਦ ਦੇਹਧਾਰੀ ਹੋਇਆ, ਅਤੇ ਸ਼ਬਦ ਦੇਹਧਾਰੀ ਹੋਇਆ, ਮਤਲਬ ਯੀਸ਼ੂ ਮਸੀਹ ਦੇਹਧਾਰੀ ਹੋਇਆ। ਯੀਸ਼ੂ ਮਸੀਹ ਕੌਣ ਸੀ? ਸ਼ਬਦ। ਪਰਮੇਸ਼ਰ ਕੌਣ ਹੈ? ਯੀਸ਼ੂ ਮਸੀਹ। ਸੋ ਪਰਮੇਸ਼ਰ ਕੌਣ ਆ? ਸ਼ਬਦ ਆ।
ਨੰਬਰ 2 ਪਰਮੇਸ਼ਰ ਕੌਣ ਹੈ? ਯਹੂਨਾ ਰਚਿਤ ਸੁਸਮਾਚਾਰ ਉਹਦਾ 4 ਅਧਿਆਇ ਉਹਦਾ 24 ਆਇਤ, 4 ਅਧਿਆਇ ਉਹਦਾ 24 ਆਇਤ। परमेश्वर आत्मा है। ਹਾਂ, ਪਰਮੇਸ਼ਰ ਆਤਮਾ ਹੈ। ਜੋ ਅਸੀਂ ਬਹੁਤ ਸਾਰੇ ਤੁਸੀਂ ਸੰਸਥਾ ਨੂੰ ਸੁਣਿਆ ਹੋਣਾ, ਉਹ ਕਹਿੰਦੇ ਪਰਮੇਸ਼ਰ ਕੀ ਆ? ਆਤਮਾ ਹੈ। ਉਹਨੂੰ ਅਸੀਂ ਵੇਖ ਨਹੀਂ ਸਕਦੇ। ਪਰਮੇਸ਼ਰ ਕੌਣ ਹੈ? ਆਤਮਾ। ਆਤਮਾ ਹੈ। ਇਹ ਮਨੁੱਖ ਦੇ ਅੰਦਰ ਦੇ ਜਿਹੜੇ ਸਵਾਲ ਆ ਬਾਈਬਲ ਕਲੀਅਰ ਕਰਦੀ ਹੈ। ਤਾਈਓ ਅੱਜ ਚਰਚ ਦੇ ਚਰਚ ਭਰ ਰਹੇ ਨੇ, ਤਾਈਓ ਅੱਜ ਕਲੀਸਿਆ ਭਰ ਰਹੀਆਂ ਹੈ, ਕਿਉਂਕਿ ਇਹ ਜਿਹੜੀ ਜਿਗਿਆਸਾ ਆ, ਇਹ ਜਿਹੜੀ ਪਿਆਸ ਆ, ਕੇਵਲ ਔਰ ਕੇਵਲ ਬਾਈਬਲ ਹੀ ਮਿਟਾ ਸਕਦੀ ਹੈ। ਕਿਉਂਕਿ ਬਾਈਬਲ ਦੇ ਵਿੱਚ ਪੂਰੇ ਸਵਾਲਾਂ ਦੇ ਜਵਾਬ ਨੇ, ਕਿਉਂਕਿ ਇਹ ਸੰਪੂਰਨ ਆ, ਇਹਦੇ ਵਿੱਚ ਕੋਈ ਕਮੀ ਨਹੀਂ ਹੈ। ਪਰਮੇਸ਼ਰ ਕੌਣ ਹੈ? ਪਹਿਲਾ ਯਹੂਨਾ ਉਹਦਾ 1 ਅਧਿਆਇ 5 ਆਇਤ। 1 John chapter 1 verse 5। जो समाचार हमने उससे सुना और तुम्हें सुनाते हैं वह ये है कि परमेश्वर ज्योति है और ਪਰਮੇਸ਼ਰ ਕੌਣ ਹੈ? ज्योति। ਰੱਬ ਕੌਣ ਹੈ? ਲਾਈਟ। ਪਰਮੇਸ਼ਰ ज्योति ਆ, ਚਾਨਣ ਆ। ਬਹੁਤ ਵਾਰ ਤੁਸੀਂ ਇੱਕ ਚੈਨਲ ਦੇਖਿਆ ਹੋਣਾ, ਆਸਤਾ ਚੈਨਲ ਦੇ ਉੱਤੇ ਬਹੁਤ ਸਾਰੇ ਇੱਕ ਮੈਡੀਟੇਸ਼ਨ ਆਂਦਾ ਆ, ਸ਼ਾਇਦ ਮੈਨੂੰ ਭੈਣ ਸ਼ਵਾਨੀ ਕਰਕੇ ਆ। ਬਹੁਤ ਸਾਰੇ ਬਿਜ਼ਨਸਮੈਨ, ਬਹੁਤ ਸਾਰੇ ਲੋਕ ਹਨਾ, ਅਸੀਂ ਉਹ ਮੈਡੀਟੇਸ਼ਨ ਕਰਨਾ ਸਿਖਾਉਂਦੇ ਆ। ਓਸ਼ੋ ਇੱਕ ਬਹੁਤ ਮਹਾਨ ਧਰਮ ਗੁਰੂ ਜੋ ਇਸ ਹਿੰਦੁਸਤਾਨ ਦਾ ਆ, ਓਸ਼ੋ। ਇਹ ਸਾਰੇ ਕੀ ਕਰਨਾ ਸਿਖਾਉਂਦੇ ਆ? ਮੈਡੀਟੇਸ਼ਨ। ਸ਼ਾਂਤ ਜਗ੍ਹਾ ਦੇ ਉੱਤੇ ਇੱਕ ਮੈਡੀਟੇਸ਼ਨ ਕਰਨਾ ਕਿਉਂ ਸਿਖਾਉਂਦੇ ਆ? ਮੈਡੀਟੇਟ ਕਰਨ ਦੇ ਨਾਲ ਉਹ ਕੀ ਕਹਿੰਦੇ ਆ ਕਿ ਪਰਮੇਸ਼ਰ ਕੀ ਆ? ਲਾਈਟ। ਪਰਮੇਸ਼ਰ ਕੀ ਆ? ਚਾਨਣ, ज्योति। ਅਸੀਂ ਪਰਮੇਸ਼ਰ ਦਾ ਪ੍ਰਕਾਸ਼ ਸਾਡੇ ਉੱਤੇ ਆਂਦਾ ਹੈ, ਪਰ ਅਸੀਂ ਅਲੱਗ-ਅਲੱਗ ਗੱਲਾਂ ਦੇ ਦੁਆਰਾ ਦੇਖਿਆ ਆ ਕਿ ਪਰਮੇਸ਼ਰ ਕੱਲਾ ਚਾਨਣ ਨਹੀਂ ਆ, ਪਰਮੇਸ਼ਰ ਇਨਸਾਨ ਆ। ਕਿਉਂਕਿ ਸ਼ਬਦ ਦੇਹਧਾਰੀ ਹੋਇਆ ਸੀ। ਪਰਮੇਸ਼ਰ ਸ਼ਬਦ ਵੀ ਆ, ਪਰਮੇਸ਼ਰ ਆਤਮਾ ਵੀ ਆ, ਤੇ ਪਰਮੇਸ਼ਰ ਚਾਨਣ ਵੀ ਆ, ਕੱਲਾ ਪ੍ਰਕਾਸ਼ ਨਹੀਂ ਆ। ਜੇ ਰੱਬ ਪ੍ਰਕਾਸ਼ ਹੋਵੇ ਤਾਂ ਫਿਰ ਅਸੀਂ ਕਿੰਨਾ ਗੱਲ ਕਰੀਏ? ਪ੍ਰਕਾਸ਼ ਗੱਲ ਨਹੀਂ ਕਰ ਸਕਦਾ, ਪ੍ਰਕਾਸ਼ ਸੋਚ ਨਹੀਂ ਸਕਦਾ। ਪਰਮੇਸ਼ਰ ਮਨੁੱਖ ਆ। ਪੜਾਂਗੇ ਉਤਪਤੀ ਦੀ ਕਿਤਾਬ ਉਹਦਾ 1 ਅਧਿਆਇ ਉਹਦਾ 27 ਆਇਤ। तब परमेश्वर ने मनुष्य को अपने स्वरूप के हाँ, अनुसार परमेश्वर ने मनुख ਨੂੰ ਆਪਣੇ ਸਵਰੂਪ ਤੇ ਸਮਾਨਤਾ 'ਚ ਬਣਾਇਆ। ਆਪਣੇ ਸਵਰੂਪ ਤੇ ਸਮਾਨਤਾ 'ਚ। ਪਰਮੇਸ਼ਰ ਕੌਣ ਆ? ਮੇਰੇ ਵਰਗਾ। ਪਰਮੇਸ਼ਰ ਦੇ 2 ਹੱਥ ਆ, 2 ਅੱਖਾਂ ਆ, ਇੱਕ ਨੱਕ ਆ, ਬੁੱਲ ਆ, ਬਾਲ ਆ, 2 ਲੱਤਾਂ ਆ। ਪਰਮੇਸ਼ਰ ਦਾ ਸਟਰਕਚਰ ਇੱਕ ਮਨੁੱਖ ਵਾਲਾ ਆ। ਉਹ ਕੱਲੀ ਰੋਸ਼ਨੀ ਨਹੀਂ ਆ। ਇਹ ਤਾਂ ਕਰਕੇ ਅੱਜ ਮੈਂ ਪਰਮੇਸ਼ਰ ਦੇ ਬਾਰੇ ਤੁਹਾਨੂੰ ਦੱਸ ਰਿਹਾ ਤਾਂ ਕਿ ਖੁਦਾ ਦੇ ਬਾਰੇ ਤੁਹਾਨੂੰ ਪਤਾ ਹੋਵੇ। ਪਰਮੇਸ਼ਰ ਮਨੁੱਖ ਵੀ ਆ, ਉਹ ਸ਼ਬਦ ਵੀ ਆ, ਉਹ ਲਾਈਟ ਵੀ ਆ, ਉਹ ਆਤਮਾ ਵੀ ਆ। ਤਾਈਓ ਕਿ ਸ਼ਬਦ ਉਹਦੇ ਲਈ ਪ੍ਰਯੋਗ ਕਰਦੇ ਪਰਮਾਤਮਾ। ਪਰਮਾਤਮਾ ਕਦੀ ਨਾ ਨਾਸ਼ ਹੋਣ ਵਾਲਾ ਆਤਮਾ। ਸੋ ਇਹ ਸਾਰੇ ਟਾਈਟਲ ਜਿਹੜੇ ਆ ਮਨੁੱਖ ਦੇ ਦੁਆਰਾ ਦਿੱਤੇ ਗਏ ਆ, ਪਰ ਇਹਨਾਂ ਦਾ ਸਾਨੂੰ ਪਤਾ ਹੀ ਨਹੀਂ ਆ। ਕੱਲ ਦੀ ਘਟਨਾ ਆ, ਪਰਸੋਂ ਦੀ 2 ਲੇਡੀਜ਼ ਮੇਰੇ ਨਾਲ ਗੱਲ ਕਰਨ ਲੱਗ ਪਈਆਂ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਪਰਮੇਸ਼ਰ ਦੇ ਬਾਰੇ। ਉਹਨਾਂ ਨੂੰ ਮੈਂ ਆਖਿਆ ਕਿ ਤੁਸੀਂ ਕਦੀ ਜਿਸ ਧਰਮ ਦੇ ਵਿੱਚ ਤੁਸੀਂ ਮੰਨਦੇ ਹੋ, ਜਾਣਦੇ ਹੋ, ਕਿ ਤੁਸੀਂ ਆਪਣਾ ਕਦੀ ਪਵਿੱਤਰ ਸ਼ਾਸਤਰ ਪੜ੍ਹਿਆ ਹੈ? ਕਹਿੰਦੇ ਨਹੀਂ। ਫਿਰ ਮੈਂ ਕਿਹਾ ਤੁਸੀਂ ਕਿੱਦਾਂ ਦਾਅਵੇ ਨਾਲ ਕਹਿ ਸਕਦੇ ਹੋ ਇਦਾਂ ਹੀ ਆ? ਬੜਾ ਹੈਰਾਨ ਹੋ ਗਏ। ਮੈਂ ਕਿਹਾ ਜ਼ਰੂਰ ਤੁਸੀਂ ਆਪਣੇ ਪੁਰਖਾਂ ਤੋਂ ਸੁਣਿਆ ਨਾ ਤੁਹਾਡੇ ਮਾਂ। ਕਹਿੰਦੇ ਹਾਂਜੀ ਹਾਂਜੀ। ਮੈਂ ਕਿਹਾ ਕਿ ਕਦੇ ਉਹਨਾਂ ਨੇ ਪੜ੍ਹਿਆ? ਕਹਿੰਦੇ ਪਤਾ ਨਹੀਂ। ਸੋ ਜੋ ਸਾਨੂੰ ਪੁਰਖਾਂ ਨੇ ਦੱਸਤਾ ਉਹਦੇ ਤੇ ਅਸੀਂ ਇੰਨੀ ਕੱਟੜਤਾਈ ਨਾਲ ਬਹਿਸ ਕਰਦੇ ਆ, ਜਿਹਦੇ ਬਾਰੇ ਸਾਨੂੰ ਪ੍ਰੋਪਰ ਨੌਲੇਜ ਵੀ ਨਹੀਂ ਹੈ। ਸੋ ਇਸ ਕਰਕੇ ਬਾਈਬਲ ਦੱਸਦੀ ਆ ਕਿ ਪਰਮੇਸ਼ਵਰ ਕਿਹਦੇ ਵਰਗਾ ਆ? ਰੱਬ ਕਿਹਦੇ ਵਰਗਾ ਆ? ਮਨੁੱਖ ਵਰਗਾ। ਰੱਬ ਕੋਈ ਸੱਪ ਨਹੀਂ ਆ, ਰੱਬ ਕੋਈ ਬਾਂਦਰ ਨਹੀਂ ਆ, ਰੱਬ ਕੋਈ ਮੱਛੀ ਨਹੀਂ ਆ, ਰੱਬ ਕੋਈ ਕਾਂ ਚਿੜੀ ਨਹੀਂ ਆ। ਰੱਬ ਮਨੁੱਖ ਆ, ਜੋਤੀ ਆ, ਸ਼ਬਦ ਆ। ਬਾਈਬਲ ਕਹਿੰਦੀ ਆ ਪਰਮੇਸ਼ਵਰ ਦੀ ਸਵਰੂਪ ਨੂੰ ਉਹਨਾਂ ਨੇ ਜਾਨਵਰਾਂ ਦੇ ਵਿੱਚ ਉਸੇਰ ਦਿੱਤਾ ਔਰ ਜਾਨਵਰਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ। ਕਿਉਂਕਿ ਬਾਈਬਲ ਅਸੀਂ ਕੀ ਸਿੱਖਿਆ ਸੀ ਕਿ ਪਰਮੇਸ਼ਵਰ ਨੂੰ ਮਨੁੱਖ ਆਪਣੇ ਗਿਆਨ ਦੇ ਨਾਲ
ਨਹੀਂ ਲੱਭ ਸਕਦਾ, ਆਪਣੀ ਭਗਤੀ ਦੇ ਨਾਲ ਨਹੀਂ ਲੱਭ ਸਕਦਾ। ਇਸ ਕਰਕੇ ਮਨੁੱਖ ਪਰਮੇਸ਼ਰ ਨੂੰ ਲੱਭਣ ਦੇ ਚੱਕਰ ਦੇ ਵਿੱਚ ਪੇੜ ਦੇ ਮੋਹਰੇ ਭਗਤੀ ਕਰਨ ਲੱਗ ਪਿਆ ਕਿ ਰੱਬ ਮੈਨੂੰ ਲੱਭ ਜਾਵੇ, ਪਿੱਪਲ ਦੇ ਮੋਹਰੇ ਭਗਤੀ ਕਰਨ ਲੱਗ ਪਿਆ, ਸੱਪ ਦੇ ਮੋਹਰੇ ਭਗਤੀ ਕਰਨ ਲੱਗ ਪਿਆ, ਡੱਡੂ ਦੇ ਮੋਹਰੇ ਭਗਤੀ ਕਰਨ ਲੱਗ ਪਿਆ, ਕਾਂ ਦੇ ਮੋਹਰੇ ਭਗਤੀ ਕਰਨ ਲੱਗ ਪਿਆ, ਗਾਂ ਦੇ ਮੋਹਰੇ ਭਗਤੀ ਕਰਨ ਲੱਗ ਪਿਆ, ਮਗਰਮੱਛ ਦੇ ਮੋਹਰੇ, ਧਰਤੀ ਦੇ ਮੋਹਰੇ, ਇਸ ਸੂਰਜ ਦੇ ਮੋਹਰੇ, ਚੰਦਰਮਾ ਦੇ ਮੋਹਰੇ, ਇਸ ਸਮੁੰਦਰ ਦੇ ਮੋਹਰੇ ਭਗਤੀ ਕਰਨ ਲੱਗ ਪਿਆ। ਪਰ ਬਾਈਬਲ ਆਖਦੀ ਆ ਜਿਹਨੇ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜੋ ਸਰਵ ਸ਼ਕਤੀਮਾਨ ਹੈ, ਉਹਨੂੰ ਉਹਨੇ ਨਹੀਂ ਪਾਇਆ, ਕਿਉਂਕਿ ਆਪਣੀ ਬੁੱਧੀ ਦੇ ਦੁਆਰਾ ਲੱਭਣਾ ਚਾਹ ਰਿਹਾ ਸੀ ਮਨੁੱਖ। ਅਸੀਂ ਆਪਣੀ ਬੁੱਧੀ ਦੇ ਦੁਆਰਾ ਰੱਬ ਨੂੰ ਨਹੀਂ ਲੱਭ ਸਕਦੇ, ਕਿਉਂਕਿ ਪਰਮੇਸ਼ਰ ਨੇ ਸਾਨੂੰ ਚੁਣਿਆ। ਸੋ ਨੰਬਰ 2 ਇੱਕ ਮਨੁੱਖਾਂ ਦੇ ਅੰਦਰ ਸਵਾਲ ਆ ਕਿ ਪਰਮੇਸ਼ਰ ਕਦੋਂ ਤੋਂ ਆ। ਮਨੁੱਖ ਦੇ ਅੰਦਰ ਜਿਹੜਾ ਦੂਸਰਾ ਸਵਾਲ ਆ, ਪਰਮੇਸ਼ਰ ਕਦੋਂ ਤੋਂ ਆ। ਫਿਰ ਅਸੀਂ ਕੁਝ ਸਮੇਂ ਦੇਖਾਂਗੇ, 5 ਮਿੰਟ ਹੋਰ, ਫਿਰ ਅਸੀਂ ਸਮਾਪਤ ਕਰਾਂਗੇ। ਪੜਾਂਗੇ ਰੈਵਲੇਸ਼ਨ ਦੀ ਕਿਤਾਬ, ਪ੍ਰਕਾਸ਼ਿਤ ਵਾਕਿਆ ਦੀ ਕਿਤਾਬ, ਉਹਦਾ 1 ਅਧਿਆਇ, ਉਹਦਾ 8 ਆਇਤ, ਕਿ ਪਰਮੇਸ਼ਰ ਕਦੋਂ ਤੋਂ। प्रभु परमेश्वर जो है और जो था और जो आने वाला है, जो सर्वशक्तिमान है, वह ये कहता है मैं ही अल्फा और ओमेगा हूँ। हाँ, मैं ही अल्फा ते ओमेगा आ। अल्फा ते ओमेगा ਦਾ ਮਤਲਬ ਕੀ ਆ? ਸ਼ੁਰੂ ਤੋਂ ਲੈ ਕੇ ਅੰਤ ਤੱਕ ਕੌਣ ਆ? ਨਾ ਜਿਹਦੀ ਸ਼ੁਰੂਆਤ ਹੈ ਤੇ ਨਾ ਜਿਹਦਾ ਐਂਡ ਆ। 22 ਤੇ 13 ਵੀ ਪੜਾਂਗੇ, ਇਸ ਤੇ ਹੀ 22 ਤੇ 13 ਵੀ ਪੜਾਂਗੇ। मैं अल्फा और ओमेगा, पहला और अंतिम, आदि और अंत हूँ। ਬਾਈਬਲ ਕੀ ਕਹਿੰਦੀ? ਪਰਮੇਸ਼ਰ ਰੱਬ ਕੌਣ ਆ? ਆਦि ਤੇ ਅੰਤ ਆ। ਉਹਦਾ ਅਯੂਬ ਦੀ ਕਿਤਾਬ, ਉਹਦਾ 36 ਅਧਿਆਇ, ਉਹਦਾ 26 ਆਇਤ ਨੂੰ ਵੀ ਪੜਾਂਗੇ। ਜਲਦੀ ਨਾਲ ਅਸੀਂ ਵਰਸ ਖੋਲਨੇ ਆ। ਅਯੂਬ ਦੀ ਕਿਤਾਬ, ਉਹਦਾ 36 ਅਧਿਆਇ, ਉਹਦਾ 26 ਆਇਤ ਪੜਾਂਗੇ। देख, परमेश्वर महान और हमारे ज्ञान से कहीं परे है, और उसके वर्ष की गिनती अनंत है। ਉਹਦੇ ਵਰਸ਼ਾਂ ਦੀ ਗਿਣਤੀ ਕੀ ਆ? ਅਨੰਤ ਆ। ਉਹਦੇ ਵਰਸ਼ਾਂ ਦੀ ਗਿਣਤੀ ਅਨੰਤ ਆ। ਯਸ਼ਾਇਆ ਨਬੀ ਦੀ ਕਿਤਾਬ, ਉਹਦਾ 44 ਅਧਿਆਇ, ਉਹਦਾ 6 ਆਇਤ, ਜਿਸ ਗੱਲ ਦੀ ਵਿਆਖਿਆ ਕਰਨ ਵਾਲੀ ਹੋਏਗੀ ਮੈਂ ਕਰ ਦਾਂਗਾ। यशायाह नबी की किताब। यहोवा जो इस्राएल का राजा है, अर्थात सेनाओं का यहोवा जो उसका छुड़ाने वाला है, वह यूं कहता है मैं सबसे पहला हूँ और मैं ही अंत तक रहूंगा, मुझे छोड़ कोई परमेश्वर है ही नहीं। बाइबल की आखदी आ कि मैनू छड़ के कोई परमेश्वर है ही नहीं। मैं की आ? पहला आ ते मैं ही अंत आ। मतलब ना तो मेरे तो पहला कोई सी, ना मेरे तो बाद च कोई होएगा। सो परमेश्वर कहंदा मैं ही आदि ते अंत आ। सो विलाप गीत, ओदा 5 अध्याय, ओदा 19 आयत, विलाप गीत यिर्मयाह ते यहेजकेल दे विचकार दी किताब है। विलाप गीत 5 अध्याय, ओदा 19 आयत। परंतु हे यहोवा, तू तो सदा तक विराजमान रहेगा, तेरा राज्य पीढ़ी पीढ़ी बना रहेगा। हाँ, परमेश्वर पीढ़ियां तो प्राचीन काल तो आ। परमेश्वर का कोई अंत नहीं आ। पर भजन संहिता ओदा 90 ओदा 2 आयत, भजन संहिता ओदा 90 ओदा 2 आयत। इससे पहले कि पहाड़ उत्पन्न हुए या तूने पृथ्वी और जगत की रचना की, वरन अनादि काल से अनंत काल तक तू ही परमेश्वर है। हाँ, परमेश्वर कदों तो आ? साडे अनादि काल तो। ਅਸੀਂ ਕਦੀ ਨਹੀਂ ਲੱਭ ਸਕਦੇ ਪਰਮੇਸ਼ਰ ਦੀ ਉਤਪਤੀ ਕਦੋਂ ਆ। ਸਾਡੀ ਉਤਪਤੀ ਹੋਈ ਆ ਹੈ ਮੇਰੀ 1987 ਹੋਈ ਆ, ਤੁਹਾਡੀ ਕਦੋਂ ਹੋਈ ਹੋਗੀ? ਇਹ ਦੁਨੀਆ ਦੀ ਉਤਪਤੀ ਹੈ ਲੱਖਾਂ ਸਾਲ ਪਹਿਲੇ ਹੋਈ ਆ, ਪਰ ਪਰਮੇਸ਼ਰ ਅਨਾਦਿ ਸਾਲ ਤੋਂ ਪਹਿਲਾਂ ਆ। ਇਸੇ ਕਰਕੇ ਅਸੀਂ ਪਰਮੇਸ਼ਰ ਦੇ ਸਾਹਮਣੇ ਕੋਈ ਵੀ ਸਵਾਲ ਨਹੀਂ ਕਰ ਸਕਦੇ। ਪਰਮੇਸ਼ਰ ਦੀ ਦਇਆ ਸਾਡੇ ਲਈ ਬਹੁਤ ਆ, ਪਰਮੇਸ਼ਰ ਦੀ ਕਿਰਪਾ ਸਾਡੇ ਲਈ ਬਹੁਤ ਆ, ਪਰਮੇਸ਼ਰ ਦਾ ਅਨੁਗ੍ਰਹਿ ਸਾਡੇ ਲਈ ਬਹੁਤ ਆ। ਪੜਾਂਗੇ 93 ਦੀ 2 93 वर्स 2। हे यहोवा, तेरी राजगद्दी अनादि काल से स्थिर है, तू सर्वदा से है। हाँ, तू सर्वदा से है। तेरी गद्दी कदों दी स्थिर है? अनादि काल। ये साडा परमेश्वर है। सो इस करके परमेश्वर दे बारे असीं समझना है कि परमेश्वर कौन है।
ਤਾਂ ਕਿ ਅਸੀਂ ਦੂਸਰੇ ਨੂੰ ਜਦੋਂ ਖੁਦਾ ਦੇ ਬਾਰੇ ਦੱਸਦੇ ਆ ਸਾਨੂੰ ਖੁਦ ਨੂੰ ਸਮਝ ਹੋਵੇ। ਬਹੁਤ ਸਾਰਾ ਗਿਆਨ ਅਸੀਂ ਭਰ ਲਿਆ ਆਪਣੇ ਅੰਦਰ, ਪਰ ਪਰਮੇਸ਼ਵਰ ਦੀ ਸਾਨੂੰ ਅੱਜ ਤਾਈਂ ਡੈਫੀਨੇਸ਼ਨ ਨਹੀਂ ਪਤਾ ਲੱਗੀ ਕਿ ਜਿਸ ਪਰਮੇਸ਼ਵਰ ਦੀ ਅਸੀਂ ਪੂਜਾ ਕਰਦੇ ਆ, ਜਿਸ ਪਰਮੇਸ਼ਵਰ ਦੀ ਅਸੀਂ ਆਰਾਧਨਾ ਕਰਦੇ ਆ, ਉਹ ਕੌਣ ਆ, ਜਿਸ ਬਾਈਬਲ ਨੂੰ ਅਸੀਂ ਚੱਕ ਕੇ ਚੱਲਦੇ ਆ, ਕੌਣ ਆ। ਸ਼ੁਰੂ ਤੋਂ ਮੇਰੇ ਅੰਦਰ ਇੱਕ ਜਿਗਿਆਸਾ ਸੀ, ਮੈਂ ਕਿਹਾ ਪਰਮੇਸ਼ਵਰ, ਮੈਂ ਬਾਈਬਲ ਨੂੰ ਜਾਣਨਾ ਆ। ਜਦੋਂ ਖੁਦਾ ਦੇ ਸੇਵਕ ਇਹਦਾ ਇੰਟਰਪ੍ਰੀਟ ਕਰਦੇ ਸੀ, ਉਹਦਾ ਅਰਥ ਜਾਣਦੇ ਸੀ, ਮੈਂ ਕਿਹਾ ਪ੍ਰਭੂ ਇਹਨਾਂ ਨੂੰ ਹੀ ਕਿਉਂ ਪਤਾ ਆ, ਮੈਂ ਵੀ ਤੇਰੀ ਬਾਈਬਲ ਨੂੰ ਜਾਣਨਾ ਚਾਹੁੰਦਾ। ਜਦ ਤੱਕ ਅਸੀਂ ਭੁੱਖ ਔਰ ਪਿਆਸ ਨਹੀਂ ਦਿਖਾਵਾਂਗੇ ਤਦ ਤੱਕ ਖੁਦਾ ਸਾਡੇ ਜੀਵਨ ਦੇ ਵਿੱਚ ਕਦੀ ਕੰਮ ਨਹੀਂ ਕਰੇਗਾ। ਨੰਬਰ 2, ਜੇ ਸਾਡੇ ਅੰਦਰ ਭੁੱਖ ਪਿਆਸ ਹੈ ਪਰ ਅਸੀਂ ਨਾਲ ਉਹਦੇ ਕਰਮ ਨਹੀਂ ਕਰਦੇ ਤਾਂ ਵੀ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਕਦੀ ਗੱਲ ਨਹੀਂ ਕਰੇਗਾ। ਸਾਨੂੰ ਕਰਮ ਕਰਨਾ ਪੈਣਾ, ਪਰਮੇਸ਼ਵਰ ਦੀ ਖੋਜ ਕਰਨੀ ਪੈਣੀ। ਦਾਨੀਏਲ ਦੀ ਕਿਤਾਬ ਕਹਿੰਦੀ ਬਹੁਤ ਸਾਰੇ ਲੋਕ ਢੂੰਡ-ਢਾਂਡ ਕਰਨਗੇ ਔਰ ਉਹ ਗਿਆਨ ਵੱਧ ਵੀ ਜਾਏਗਾ ਉਹਨਾਂ ਦਾ। ਸੋ ਜੇ ਅਸੀਂ ਕਰਾਂਗੇ, ਜੇ ਅਸੀਂ ਘਰੇ ਜਾ ਕੇ ਕਦੀ ਬਾਈਬਲ ਖੋਲਾਂਗੇ ਫਿਰ ਪਰਮੇਸ਼ਵਰ ਦੇ ਬਾਰੇ ਪਤਾ ਲੱਗੇਗਾ। ਅਸੀਂ ਵਿਅਰਥ ਦੇ YouTube ਦੇਖ ਲੈਣੇ ਆ, ਅਸੀਂ ਵਿਅਰਥ ਦੀ Facebook ਦੇਖ ਲੈਣੀ ਆ, ਅਸੀਂ ਵਿਅਰਥ ਦੇ Instagram ਦੇਖ ਲੈਣੇ ਆ, ਅਸੀਂ ਫੋਟੋਆਂ ਦੇ ਲਾਈਕ ਦੇਖ ਲੈਣੇ ਆ ਵਿਅਰਥ ਦੇ, ਪਰ ਅਸੀਂ ਕਦੀ ਬਾਈਬਲ ਨੂੰ ਪੜ੍ਹ ਕੇ ਨਹੀਂ ਦੇਖਦੇ ਬਾਈਬਲ ਦੇ ਅੰਦਰ ਕੀ ਲਿਖਿਆ ਆ। ਜੇ ਅਸੀਂ ਬਾਈਬਲ ਨੂੰ ਖੋਲ ਕੇ ਦੇਖਾਂਗੇ ਫਿਰ ਸਾਨੂੰ ਬਾਈਬਲ ਦੇ ਵਿੱਚ ਪਤਾ ਲੱਗੇਗਾ ਕਿ ਕੀ ਲਿਖਿਆ ਆ। ਆਖਰੀ ਸਵਾਲ ਜੋ ਅੱਜ ਹੈ ਮਨੁੱਖ ਦੇ ਅੰਦਰ ਦੇਖਾਂਗੇ, ਬਾਕੀ ਅਸੀਂ ਨੈਕਸਟ ਸੰਡੇ ਦੇਖਾਂਗੇ। ਮਨੁੱਖ ਦੇ ਅੰਦਰ ਇੱਕ ਹੋਰ ਸਵਾਲ ਆ। ਪਹਿਲਾ ਸਵਾਲ ਅਸੀਂ ਕੀ ਦੇਖਿਆ ਕਿ ਪਹਿਲਾ ਸਵਾਲ ਹੈ ਕਿ ਪਰਮੇਸ਼ਰ ਕੌਣ ਆ। ਦੂਜਾ ਅਸੀਂ ਦੇਖਿਆ ਕਿ ਪਰਮੇਸ਼ਰ ਕਦੋਂ ਤੋਂ ਆ। ਤੀਜਾ ਅਸੀਂ ਦੇਖਾਂਗੇ ਕਿ ਰੱਬ ਕਿੱਥੇ ਆ। ਲੋਕੀ ਕਹਿੰਦੇ ਆ ਜੇ ਤੂੰ ਰੱਬ ਦੇਖਿਆ ਤੇ ਵੀ ਦੱਸੋ ਕਿੱਥੇ ਆ। ਅੱਜ ਅਸੀਂ ਉਹ ਵੀ ਦੱਸਾਂਗੇ ਕਿ ਰੱਬ ਕਿੱਥੇ ਆ। ਪੜਾਂਗੇ ਪ੍ਰਿਤ ਦੇ ਕੰਮ ਦਾ 17 ਅਧਿਆਇ ਉਹਦਾ 24 ਆਇਤ। ਇਹ ਹੁਣ ਜਿਹੜੇ ਵੀ ਸੰਡੇ ਆ ਰਹੇ ਆ ਆਪਣੇ ਨੋਟਸ ਬੁੱਕ ਲੈ ਕੇ ਆਣਾ, ਕਿਉਂਕਿ ਇਹ ਤੁਹਾਨੂੰ ਮੂੰਹ ਜ਼ਬਾਨੀ ਯਾਦ ਨਹੀਂ ਰਹਿਣਗੇ ਪਰਮੇਸ਼ਵਰ ਦੇ ਬਾਰੇ। ਇਹਨੂੰ ਲਿਖੋਗੇ ਤਾਂ ਤੁਸੀਂ ਪੜ੍ਹ ਸਕਦੇ ਹੋ ਔਰ ਦੂਸਰਿਆਂ ਨੂੰ ਵੀ ਠੀਕ ਰੱਬ ਦੇ ਬਾਰੇ ਦੱਸ ਸਕਦੇ ਹੋ। जिस परमेश्वर ने पृथ्वी और इसकी सब वस्तुओं को बनाया, हाँ बड़े ध्यान ਦੇ ਨਾਲ सुनना, जिस परमेश्वर ने सारी पृथ्वी ਨੂੰ ਬਣਾਇਆ, हाँ वह स्वर्ग और पृथ्वी का स्वामी होकर, हाँ ਉਹ स्वर्ग ਤੇ पृथ्वी ਦਾ स्वामी ਹੋਕੇ ਉਹਨਾਂ ਦਾ ਅਧਿਕਾਰੀ ਹੋਕੇ, हाँ हाथ के बनाए हुए मंदिरों में नहीं रहता, हाँ ਹੱਥ ਦੇ ਬਣਾਇਆ ਹੋਇਆ ਮੰਦਰਾਂ 'ਚ ਨਹੀਂ ਰਹਿੰਦਾ। ਅੱਜ ਦੁਨੀਆ ਦੇ ਅੰਦਰ ਖੂਨ ਖਰਾਬੇ ਹੋ ਰਿਹਾ, ਦੁਨੀਆ ਦੇ ਅੰਦਰ ਧੋਣਾ ਵੱਡੀਆਂ ਜਾ ਰਹੀਆਂ ਆ, ਦੁਨੀਆ ਦੇ ਅੰਦਰ ਮਾਮਾ ਦੇ ਪੁੱਤ ਮਾਰੇ ਜਾ ਰਹੇ ਆ। ਕਿਹਦੇ ਕਰਕੇ? ਹੱਥ ਦੇ ਬਣਾਏ ਹੋਏ ਮੰਦਰਾਂ ਦੇ ਕਰਕੇ। ਜੋ ਜਿਉਂਦਾ ਪਰਮੇਸ਼ਵਰ ਆ, ਜਿਹਨੇ ਸਵਰਗ ਔਰ ਪ੍ਰithvi ਬਣਾਈ ਆ, ਜਿਹਦਾ ਉਹ ਸੁਆਮੀ ਆ, ਉਹਨੂੰ ਭੁੱਲ ਕੇ ਜਿਹਦੇ ਅਸੀਂ ਸਭ ਸਿਰਜਣਹਾਰ ਆ, ਉਹਨੂੰ ਅਸੀਂ ਕੀ ਕਰ ਰਹੇ ਆ? ਮਾਰ ਰਹੇ ਇੱਕ ਦੂਜੇ ਨੂੰ। ਅਸੀਂ ਪਰਮੇਸ਼ਵਰ ਦੇ ਸਵਰੂਪ ਔਰ ਸਮਾਨਤਾ ਦੇ ਵਿੱਚ ਆ, ਅਸੀਂ ਪਰਮੇਸ਼ਵਰ ਦੇ ਸਵਰੂਪ ਨੂੰ ਮਾਰਦੇ ਆ, ਹੈਨਾ। ਸੋ ਇਸ ਕਰਕੇ ਸਮਝਣਾ ਇਹਨਾਂ ਗੱਲਾਂ ਨੂੰ। ਯਰਮੀਆ ਨਬੀ ਦੀ ਕਿਤਾਬ ਉਹਦਾ 17 ਅਧਿਆਇ ਦਾ 12 ਹੈ। यिर्मयाह नबी की किताब ਉਹਦਾ 17 ਅਧਿਆਇ ਉਹਦਾ 12 ਆਇਤ पढ़ेंगे। हमारा पवित्र आराधनालय आदि से ऊंचे स्थान पर रखे हुए